चैनल को सब्सक्राइब करें और बेल आइकन दबाना ना भूलें। पर भाजपा का जिहड़ा तरीकेकार आ देश में जिहड़ी उहदी नीति हैगी है यही है भी हिंदू मुस्लिम सिख हिंदू ਜਾਂ ਧਰਮਾਂ ਦੇ ਨਾਂ 'ਤੇ ਲੋਕਾਂ 'ਤੇ ਪਾਟਕ ਪਾਉਣਾ ਤੇ ਅਸੀਂ ਨਹੀਂ ਚਾਹੁੰਦੇ ਦੇਸ਼ ਦੀ ਸਦਭਾਵਨਾ ਭਾਈਚਾਰਕ ਸਾਂਝ ਤੇ ਕੋਈ ਭਾਜਪਾ ਨੂੰ ਮੌਕਾ ਦਈਏ ਕਿ ਉਹ ਬੋਲ ਸਕੇ ਤਾਂ ਅਸੀਂ ਇਹਨੂੰ ਇੱਕ ਦਿਨ ਅੱਗੇ ਕਰ ਲਿਆ। ਅੱਜ ਵੀ ਅਸੀਂ ਆਸ ਰੱਖਦੇ ਹਾਂ ਵੀ ਉਹ ਮੰਤਰੀ ਨੂੰ ਖਾਰਜ ਕਰਨਾ ਚਾਹੀਦਾ। ਉਹਨਾਂ 'ਤੇ 120 ਦਾ ਪਰਚਾ ਵਾ। ਉਹਨਾਂ ਦਾ ਸਪੁੱਤਰ ਜਿਹੜਾ ਵਾ ਜੇ ਉਹਨਾਂ ਨੂੰ ਜਿਹੜਾ ਟ੍ਰੀਟਮੈਂਟ VIP ਦਿੱਤਾ ਜਾਏ ਨਹੀਂ ਦਿੱਤਾ ਜਾਣਾ ਚਾਹੀਦਾ। ਜਿਹੜੀ ਮੋਦੀ ਜੀ ਦੀ ਰਣਨੀਤੀ ਆ ਵਿਕਾਸ ਜਿਵੇਂ ਉਹਨਾਂ ਰੇਲ ਵੇਚੀ ਆ ਭਾਰਤ ਪੈਟਰੋਲੀਅਮ ਵੇਖਿਆ ਹੁਣ ਹਵਾਈ ਖੇਤਰ ਸਾਰਾ ਜਿਹੜਾ ਵੇਚਿਆ ਗਿਆ ਵਾ। ਹੁਣ ਇਹਦੇ ਨਾਲ ਕਿਹੜਾ ਵਿਕਾਸ ਦਾ ਮਾਡਲ ਹੈ ਵੀ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ। ਭਾਜਪਾ ਦਾ ਅਸੀਂ ਵਿਰੋਧ ਕਰਦੇ ਹਾਂ। ਉਹ ਬਦਲੇ ਦੀ ਭਾਵਨਾ 'ਚ ਸਾਨੂੰ ਸਿਖਾਉਣ ਲਈ ਕੋਈ ਮਾਂ ਦੀ ਗਾਲ ਵੀ ਕੱਢੀਆਂ ਗਈਆਂ ਕਈ ਵਾਰੀ ਕਿਹਾ ਗਿਆ ਪਰ ਆਪਾਂ ਪੀਸਫੁਲੀ ਰਹਿਣਾ ਠੀਕ ਹੈ ਉਹ ਜੋ ਮਰਜ਼ੀ ਕਰ ਸਾਡਾ ਪੱਖ ਦੇਸ਼ ਤੇ ਦੁਨੀਆ ਗੜੀ ਸਹੀ ਜਾਂਦਾ ਵੀ ਅਸੀਂ ਆਪ ਦੀ ਗੱਲ ਨੂੰ ਡੈਮੋਕ੍ਰੈਟਿਕ ਤਰੀਕੇ ਨਾਲ ਕਰ ਰਹੇ ਹਾਂ। BSF ਤਾਂ ਇਕੱਲੀ ਬਾਰਡਰ 'ਤੇ ਰਹਿੰਦੀ ਹੈ ਜਿਹੜੀ ਚੀਜ਼ ਤੁਸੀਂ ਬਾਰਡਰ 'ਤੇ ਨਹੀਂ ਡੱਕ ਸਕਦੇ ਤੁਹਾਡੀ ਤਾਰ ਲੱਗੀ ਹੈ ਆਬਾਦੀ 'ਚ ਆ ਜਾਊਗੀ ਤੁਸੀਂ ਉਦੋਂ ਕਿਵੇਂ ਫੜ ਲਓਗੇ ਉੱਥੇ ਤਾਂ ਤੁਹਾਡੀ ਪੁਲਿਸ ਹੈ ਨਾ। ਤਾਂ ਇਹ ਜਿਹੜੇ ਸੂਬਿਆਂ ਦੇ ਅਧਿਕਾਰ ਹੁੰਦੇ ਜਿਹੜਾ ਫੈਡਰਲ ਢਾਂਚਾ ਸਾਡੇ ਦੇਸ਼ ਦਾ ਬੜਾ ਵਧੀਆ ਉਹਨੂੰ ਖਰਾਬ ਕਰਨ ਦਾ ਤੇ ਕੇਂਦਰੀਕਰਨ ਦੀਆਂ ਨੀਤੀਆਂ ਵਾ ਜਾਂ ਪੰਜਾਬੀ ਲੜ ਬੜਾ ਰਹੇ ਆ ਪੰਜਾਬੀਆਂ ਖਿਲਾਫ ਇੱਕ ਨਵਾਂ ਫਰਮਾਨ ਆਏ। D4 न्यूज़ देख रहे तमाम दोस्तों को दीपक भंडारी का नमस्कार। तीनों कृषि कानूनों के विरोध में लगातार किसान संघर्ष कर रहे हैं। 600 से अधिक किसान जो है सीमाओं पर शहीद हो चुके हैं। हाल ही में पुंछ में जो गोलाबारी हुई उसमें भी 5 जवान शहीद हो गए। 3 पंजाब के थे। किसान परिवार से इनका संबंध था। एक तो वो जवान था जिसने फरवरी में अपनी शादी रचाई थी और किसानी झंडा बुलंद किया था। अब लखीमपुर में किसान मारे गए एक पत्रकार मारा गया और 3 भाजपा के कार्यकर्ता भी मारे गए। लगातार किसान संघर्ष कर रहे हैं। हमारे साथ हैं सरवंत सिंह बंदेर जो हैं किसान मजदूर संघर्ष कमेटी के प्रदेश महासचिव हैं। इनसे बात करते हैं। बंदेर साहब किसान लगातार संघर्ष कर रहे हैं लखीमपुर बॉर्डर से शहीद होंदा है कोई प्रतिक्रिया नहीं आती ਵੱਡੇ ਲੀਡਰਾਂ ਦੀ। ਵੱਡੇ ਲੀਡਰਾਂ ਤੋਂ ਮਤਲਬ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਤੇ ਵਿਦੇਸ਼ਾਂ 'ਚ ਵੀ ਇਹ ਮਾਮਲਾ ਉੱਠਿਆ ਕਾਫੀ। ਦੇਖੋ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਛੋਟੀ ਤੋਂ ਛੋਟੀ ਗੱਲ ਤੇ ਬਹੁਤ ਵਾਰੀ ਟਵੀਟ ਕਰਦੇ ਨੇ ਛੋਟੇ ਛੋਟੇ ਮਸਲੇ ਚੁੱਕਦੇ ਨੇ। ਲਖੀਮਪੁਰ ਖੀਰੀ ਵਾਲੀ ਐਡੀ ਵੱਡੀ ਘਟਨਾ ਹੋਈ ਆ ਜਿਹਦੇ ਵਿੱਚ ਉਹਨਾਂ ਦੇ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਜੀ ਨਹੀਂ ਹੈਗੇ ਪਰ ਇਹਦੇ ਬਾਵਜੂਦ ਉਹਨਾਂ ਦਾ ਅਜੇ ਤੱਕ ਇੱਥੇ ਕੋਈ ਨਾਂ ਬੋਲਣਾ ਗ੍ਰਹਿ ਮੰਤਰੀ ਦਾ ਅਮਿਤ ਸ਼ਾਹ ਜੀ ਦਾ ਨਾਂ ਬੋਲਣਾ ਭਾਜਪਾ ਦੇ ਪ੍ਰਧਾਨ ਦਾ ਕੋਈ ਇੱਥੇ ਸ਼ਬਦ ਨਾ ਤਾਂ ਉਹਨਾਂ ਦੀ ਚੁੱਪੀ ਜੋ ਕੁਝ ਉੱਤੇ ਹੋਇਆ ਉਹਦੇ ਤੋਂ ਸਾਫ਼ ਨਜ਼ਰ ਆਉਂਦੀ ਆ ਵੀ ਉਹ ਕੁਝ ਬੋਲਣਗੇ ਤਾਂ ਪਹਿਲੋਂ ਹੀ ਲੋਕਾਂ ਕੋਲ ਜਿਹੜੀ ਸੱਚਾਈ ਚਲੀ ਜਾ ਸਕਦੀ ਉਹਨੂੰ ਡਿਫੈਂਡ ਕਰਨ ਵਾਲੀ ਪੋਜੀਸ਼ਨ 'ਚ ਨਹੀਂ ਹੈਗਾ। ਭਾਵੇਂ ਕੱਲ੍ਹ ਅਮਰੀਕਾ ਦੇ ਵਿੱਚ ਮੈਡਮ ਸੀਤਾਰਮਨ ਜੀ ਨੇ ਉਹਨੂੰ ਡਿਫੈਂਡ ਕਰਨ ਦਾ ਯਤਨ ਕੀਤਾ ਪਰ ਉਹ ਸਫਲ ਨਹੀਂ ਹੋਏ ਹੈਗੇ। ਤਾਂ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ। ਜਦੋਂ ਵੀ ਅਸੀਂ ਪੀਸਫੁਲੀ ਡੈਮੋਕ੍ਰੇਸੀ ਵਿੱਚ ਸਾਨੂੰ ਆਪ ਦਾ ਵਿਰੋਧ ਕਰਨ ਦਾ ਅਧਿਕਾਰ ਹੈਗਾ। ਸਰਕਾਰ ਨੇ ਗੱਲ ਮੰਨਣੀ ਨਾ ਮੰਨਣੀ ਇਹ ਦੂਜਾ ਵਿਸ਼ੇ ਹੈਗਾ ਪਰ ਤੁਸੀਂ ਕੋਈ ਵੀ ਇੱਕ ਮੰਤਰੀ ਹੋਣ ਸਾਡੇ ਪੂਰੇ ਦੇਸ਼ ਦੇ ਉਹ ਇਕੱਲੇ ਭਾਜਪਾ ਦੇ ਮੰਤਰੀ ਨਹੀਂ ਹੈਗੇ ਦੇਸ਼ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਉਹ ਸਾਰੇ ਲੋਕਾਂ ਦੀਆਂ ਵੋਟਾਂ ਲੈ ਕੇ ਬਣੇ ਨੇ। ਉਹ ਇਸ ਕਿਸਮ ਦੀਆਂ ਭਾਸ਼ਾ ਵਰਤਨ ਇਹਦੋਂ ਪਹਿਲੋਂ ਸਤੰਬਰ 'ਚ ਵੀ ਭਾਈ ਜੇ ਸਾਨੂੰ ਕਾਲੇ ਝੰਡੇ ਵਿਖਾਲੋਗੇ ਤਾਂ ਫਿਰ ਤੁਸੀਂ ਮੇਰਾ ਪਿਛੋਕੜ ਜਾਣਦੇ ਜੇ ਮੈਂ MLA ਜਾਂ ਮੰਤਰੀ ਨਹੀਂ ਪਿੱਛੇ ਮੇਰਾ ਪਿਛੋਕੜ ਵੀ ਹੈਗਾ। ਤਾਂ ਮੈਨੂੰ ਲੱਗਾ ਪ੍ਰਧਾਨ ਮੰਤਰੀ ਜੀ ਨੂੰ ਤੁਰੰਤ ਇਹੋ ਜਿਹੇ ਜਿਹੜੇ ਮੰਤਰੀ ਆ ਉਹਨਾਂ ਨੂੰ ਅਹੁਦੇ ਤੋਂ ਖਾਰਜ ਕਰਨਾ ਚਾਹੀਦਾ। ਤਾਂ ਇਹ ਜਿਹੜੀ ਕਹਿੰਦੇ ਨਾ ਵੀ ਭਾਜਪਾ ਵੀ ਕਰਪਸ਼ਨ ਤੋਂ ਮੁਕਤ ਆ ਜਾਂ ਸਾਡੇ ਵਿੱਚ ਕੋਈ ਵੀ ਇਸ ਕਿਸਮ ਦੇ ਮੰਤਰੀ ਨਹੀਂ ਹੈਗੇ ਜਿਨ੍ਹਾਂ 'ਤੇ ਕੋਈ ਕੇਸ ਚੱਲਦੇ ਹੁਣ ਉਹ ਚਿਹਰਾ ਨੰਗਾ ਹੋ ਗਿਆ ਵਾ। ਅਤੇ ਮੈਨੂੰ ਅੱਜ ਵੀ ਅਸੀਂ ਆਸ ਰੱਖਦੇ ਹਾਂ ਵੀ ਉਹ ਮੰਤਰੀ ਨੂੰ ਖਾਰਜ ਕਰਨਾ ਚਾਹੀਦਾ। ਉਹਨਾਂ 'ਤੇ 120 ਦਾ ਪਰਚਾ ਵਾ। ਉਹਨਾਂ ਦਾ ਸਪੁੱਤਰ ਜਿਹੜਾ ਵਾ ਜੇ ਉਹਨਾਂ ਨੂੰ ਜਿਹੜਾ ਟ੍ਰੀਟਮੈਂਟ VIP ਦਿੱਤਾ ਜਾਏ ਨਹੀਂ ਦਿੱਤਾ ਜਾਣਾ ਚਾਹੀਦਾ। ਪਰ ਸਾਨੂੰ ਲੱਗਿਆ ਨਹੀਂ ਜਿਵੇਂ ਸਾਡੀ ਮੰਤਰੀ ਮਹੋਦਯ ਜਿਹੜੀ ਆਪਣੇ ਫਾਈਨੈਂਸ ਮਿਨਿਸਟਰ ਹੈ ਜੋ ਕੁਝ ਉਹਨਾਂ ਬੋਲਿਆ ਉਹ ਤੋਂ ਲੱਗ ਨਹੀਂ ਰਿਹਾ ਵੀ ਸਾਨੂੰ ਇਨਸਾਫ ਦੇਣਗੇ। ਅੱਛਾ ਬੰਦੇਰ ਸਾਹਿਬ ਹੁਣ ਦੇਖੋ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇ ਦਿੱਤਾ ਜਾਂਦਾ ਹੈ ਤੇ ਇਸ ਤੋਂ ਬਾਵਜੂਦ ਹੁਣ ਤੁਹਾਡੀ ਕੀ ਡਿਮਾਂਡ ਹੈ? ਮੁੰਡਾ ਗ੍ਰਿਫਤਾਰ ਹੋ ਗਿਆ ਅਜੇ ਮਿਸ਼ਰਾ ਨੇ ਆਪ ਤਾਂ ਕ੍ਰਾਈਮ ਕੀਤਾ ਨਹੀਂ ਉਹਦੇ ਮੁੰਡੇ ਨੇ ਗੱਡੀ ਚੜਾਈ ਮੁੰਡਾ ਉਹਦਾ ਗ੍ਰਿਫਤਾਰ ਹੋ ਗਿਆ। ਦੇਖੋ ਇਹ ਸਹੀ ਆ ਪਰ ਅਜੇ ਮਿਸ਼ਰਾ ਦੀ ਸਾਜ਼ਿਸ਼ 120 ਦੇ ਵਿੱਚ ਜਿਹੜਾ ਉਹਨਾਂ ਦਾ ਬਿਆਨ ਆ ਉਹ ਬਿਆਨ ਹੀ ਉਹਨਾਂ ਦੇ ਸਹੀ ਦੱਸਦਾ ਵੀ ਉਹਨਾਂ ਨੇ ਪਹਿਲਾਂ ਜੋ ਕੁਝ ਬੋਲਿਆ ਉਦੋਂ ਬਾਅਦ ਇਹ ਘਟਨਾ ਹੋਈ ਆ।
ਤਾਂ ਮੈਨੂੰ ਲੱਗਦਾ ਵੀ ਜਿਹੜੇ ਕ੍ਰਾਈਮ ਕਰਦੇ ਹੁੰਦੇ ਆ ਉਹ ਵੀ ਦੋਸ਼ੀ ਹੁੰਦੇ ਆ, ਜਿਹੜੇ ਕ੍ਰਾਈਮ ਦੀ ਭੂਮਿਕਾ ਹੁੰਦੀ ਆ ਉਹਨਾਂ ਦੀ, ਜਿਹੜੇ ਕ੍ਰਾਈਮ ਕਰਵਾਉਂਦੇ ਆ ਉਹ ਵੱਧ ਦੋਸ਼ੀ ਹੁੰਦੇ ਆ। ਤਾਂ ਉਹ ਵੀ ਸਾਡੇ ਕੇਂਦਰ ਦੇ ਵਜ਼ੀਰ ਹੋਣ, ਠੀਕ ਹੈ ਜੀ। ਤਾਂ ਪਹਿਲਾਂ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਵੀ ਜੇ ਮੇਰਾ ਪੁੱਤਰ ਦੋਸ਼ੀ ਪਾਇਆ ਗਿਆ ਤਾਂ ਮੈਂ ਅਸਤੀਫਾ ਦਊਂਗਾ, ਜਦੋਂ ਸਫਾਈ ਦੇ ਰਹੇ ਸੀ। ਹੁਣ ਉਹਨਾਂ ਦਾ ਪੁੱਤਰ ਗ੍ਰਿਫਤਾਰ ਹੋ ਗਿਆ ਪੁਲਿਸ ਕੋਲੇ, ਰਿਮਾਂਡ ਤੇ ਆ ਪੁਲਿਸ ਦੇ, ਤੇ ਇਹ ਤਾਂ ਗੱਲ ਚਲੋ ਅਦਾਲਤਾਂ ਦਾ ਕੰਮ ਹੈਗਾ, ਉਹ ਕੀ ਕਰਦੀ ਹੈ, ਪਰ ਹਜੇ ਤੱਕ ਉਹਨਾਂ ਦਾ ਅਸਤੀਫਾ ਨਹੀਂ ਆਇਆ ਹੈਗਾ। ਇਹ ਸਭ ਹੁਣ ਕਿਸਾਨਾਂ ਦੀ ਕੀ ਰਣਨੀਤੀ? ਪਹਿਲੇ ਤਾਂ ਦੁਸਹਿਰੇ ਤੇ ਤੁਸੀਂ ਲਿਖਿਆ ਸੀ ਪ੍ਰੋਗਰਾਮ ਵੀ ਪੁਤਲੇ ਸਾੜੇ ਜਾਣਗੇ, ਹੁਣ ਆਪਣੀ ਰਣਨੀਤੀ ਥੋੜੀ ਚੇਂਜ ਕੀਤੀ ਹੈ, ਬਦਲਾਅ ਕੀਤਾ ਉਹਦੇ 'ਚ? ਹਾਂ ਦੇਖੋ, ਸਾਡੀ ਜਥੇਬੰਦੀ ਨੇ ਪਿਛਲੀ ਵਾਰ ਵੀ ਇੱਕ ਦਿਨ ਪਹਿਲਾਂ ਪ੍ਰੋਗਰਾਮ ਕਰ ਲਿਆ ਸੀਗਾ, ਤਾਂ ਸਾਰਿਆਂ ਦਾ ਅਰਕੀ ਪ੍ਰੋਗਰਾਮ 15 ਦਿਨ ਨੂੰ ਸੀਗਾ। ਪਰ ਭਾਜਪਾ ਦਾ ਜਿਹੜਾ ਤਰੀਕੇਕਾਰ ਆ ਦੇਸ਼ ਵਿੱਚ, ਜਿਹੜੀ ਉਹਦੀ ਨੀਤੀ ਹੈਗੀ ਹੈ, ਇਹੀ ਹੈ ਵੀ ਹਿੰਦੂ ਮੁਸਲਿਮ ਸਿੱਖ ਹਿੰਦੂ ਜਾਂ ਧਰਮਾਂ ਦੇ ਨਾਂ 'ਤੇ ਲੋਕਾਂ 'ਤੇ ਪਾਟਕ ਪਾਉਣਾ। ਤੇ ਅਸੀਂ ਨਹੀਂ ਚਾਹੁੰਦੇ ਦੇਸ਼ ਦੀ ਸਦਭਾਵਨਾ ਭਾਈਚਾਰਕ ਸਾਂਝ 'ਤੇ ਕੋਈ ਭਾਜਪਾ ਨੂੰ ਮੌਕਾ ਦਈਏ ਵੀ ਉਹ ਬੋਲ ਸਕੇ। ਤਾਂ ਅਸੀਂ ਇਹਨੂੰ ਇੱਕ ਦਿਨ ਅੱਗੇ ਕਰ ਲਿਆ, 16 ਅਕਤੂਬਰ ਨੂੰ ਇਹ ਸਾਰੇ ਪ੍ਰੋਗਰਾਮ ਇਸੇ ਤਰੀਕੇ ਨਾਲ। ਸਿਰਫ ਕਿਸਾਨ ਸੰਘਰਸ਼ ਕਮੇਟੀ ਨੇ ਕੀਤਾ ਜਾਂ ਸਾਰੇ ਕਿਸਾਨ ਜਥੇਬੰਦੀਆਂ ਨੇ 16 ਤਰੀਕ ਨੂੰ ਕਰਤਾ ਆਪਣਾ ਪ੍ਰੋਗਰਾਮ? ਲਗਭਗ ਸਾਰੀਆਂ ਜਥੇਬੰਦੀਆਂ ਨੇ ਕਰ ਦਿੱਤਾ। ਉਸ ਦਿਨ ਕੀ ਪ੍ਰੋਗਰਾਮ ਹੈ 16 ਨੂੰ ਤੁਹਾਡਾ? 16 ਨੂੰ ਅਸੀਂ ਵੱਡੇ ਪੁਤਲੇ ਬਣਾਵਾਂਗੇ। ਅਸੀਂ ਸਾਡੀ ਜਿਵੇਂ ਕਾਰਪੋਰੇਟ ਘਰਾਣੇ, ਮੋਦੀ ਜੀ, ਜੋਗੀ ਜੀ, ਅਜੇ ਮਿਸ਼ਰਾ ਤੇ ਹੋਰ ਜਿਹੜੇ ਭਾਜਪਾ ਦੇ ਲੀਡਰ ਨੇ, ਉਹਨਾਂ ਦੇ ਸਾਂਝੀਆਂ ਅਰਥੀਆਂ ਫੂਕੇ ਜਾਣ। ਤੁਹਾਨੂੰ ਲੱਗਦਾ ਵੀ ਦੇਸ਼ 'ਚ ਬੁਰਾਈ, ਲੋਕਤੰਤਰ ਦੀ ਹੱਤਿਆ ਹੋ ਚੁੱਕੀ ਹੈ? ਕਿਉਂ ਨਹੀਂ? ਦੇਖੋ, ਲੋਕਤੰਤਰ ਉਹਨੂੰ ਕਹਿੰਦੇ ਆ ਜਿੱਥੇ ਲੋਕਾਂ ਦੀ ਆਵਾਜ਼ ਦਾ ਸਨਮਾਨ ਹੋਵੇ। ਤੁਸੀਂ ਕੋਈ ਕਾਨੂੰਨ ਲਿਆਉਂਦੇ, ਤੁਹਾਨੂੰ ਹੱਕ ਆ, ਕਿਹੜਾ ਕਾਨੂੰਨ ਲਿਆਏ ਜੇ, ਉਹ ਤੋਂ ਬਾਅਦ ਜੇ ਲੋਕ ਨਹੀਂ ਚਾਹੁੰਦੇ ਉਹ ਕਾਨੂੰਨ ਨੂੰ ਲਾਗੂ ਕਰਨਾ, ਤਾਂ ਉਹਨਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਵੀ ਇੱਕ ਵੱਡਾ ਹਿੱਸਾ ਦੇਸ਼ ਦਾ ਸਾਡੇ ਵਿਰੋਧ ਕਰ ਰਿਹਾ। ਤਾਂ ਲੋਕਤੰਤਰ ਤੇ ਉਹ ਹੁੰਦਾ ਜਿੱਥੇ ਲੋਕਾਂ ਦੀ ਸੁਣੀ ਜਾਵੇ। ਬੰਦੇ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਵੀ ਏਸੀ ਕਮਰਿਆਂ ਦੇ ਵਿੱਚ ਬਹਿ ਕੇ ਕਾਨੂੰਨ ਬਣਾ ਦਿੱਤੇ ਜਾਂਦੇ ਨੇ? ਜੇ ਕਿਸਾਨ ਲੜ ਰਿਹਾ, ਮਰ ਰਿਹਾ, ਕਿਸਾਨ ਦਾ ਪੁੱਤ ਸੀਮਾ ਤੇ ਮਰ ਰਿਹਾ, ਸੁਰੱਖਿਆ ਕਰਦੇ ਹੋਏ ਦੇਸ਼ ਦੀਆਂ ਸੀਮਾਵਾਂ ਦੀ, ਪਰ ਉਹਨੂੰ ਮੁਆਵਜ਼ਾ ਦੇ ਦਿੱਤਾ ਜਾਂਦਾ ਹੈ, ਇਹਦੇ ਤੇ ਕੋਈ ਗੌਰ ਨਹੀਂ ਕੀਤਾ ਜਾ ਰਿਹਾ ਕਿ ਦੇਸ਼ ਨੂੰ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਖੋਖਲਾ ਕੀਤਾ ਜਾ ਰਿਹਾ? ਕਿਉਂ ਨਹੀਂ? ਦੇਖੋ, ਅੱਜ ਤੱਕ ਜਿਹੜੀ ਮੋਦੀ ਜੀ ਦੀ ਰਣਨੀਤੀ ਆ ਵਿਕਾਸ, ਜਿਵੇਂ ਉਹਨਾਂ ਰੇਲ ਵੇਚੀ ਆ, ਭਾਰਤ ਪੈਟਰੋਲੀਅਮ ਵੇਖਿਆ, ਹੁਣ ਹਵਾਈ ਖੇਤਰ ਸਾਰਾ ਜਿਹੜਾ ਵੇਚਿਆ ਗਿਆ ਵਾ। ਹੁਣ ਇਹਦੇ ਨਾਲ ਕਿਹੜਾ ਵਿਕਾਸ ਦਾ ਮਾਡਲ ਹੈ ਵੀ ਲੋਕਾਂ ਨੂੰ ਰੁਜ਼ਗਾਰ ਮਿਲ ਰਿਹਾ? ਤੁਸੀਂ ਖੇਤੀ ਸੈਕਟਰ ਵੀ ਵੇਚ ਰਹੇ ਹੋ। ਤੁਸੀਂ ਜੇ ਕਾਨੂੰਨ ਪੜ੍ਹੋ, ਜਿਹੜੇ ਕਾਨੂੰਨਾਂ ਤਹਿਤ ਸਾਡਾ ਸੰਵਿਧਾਨ ਇਜਾਜ਼ਤ ਨਹੀਂ ਦਿੰਦਾ, ਖੇਤੀਬਾੜੀ ਵਿਸ਼ਾ ਜਿਹੜਾ ਸੂਬੇ ਦਾ ਵਿਸ਼ਾ ਵਾ, ਉਹਦੇ 'ਚ ਕੋਈ ਕਾਨੂੰਨ ਨਹੀਂ ਬਣਾ ਸਕਦੇ। ਉਹਨਾਂ ਨੇ ਜਿਹੜੇ ਕੰਮ ਤੇ ਫੂਡ ਸਟੱਪ ਦੇ ਉੱਤੇ ਜਾ ਕੇ ਕਾਨੂੰਨ ਬਣਾਇਆ, ਉਹਦੇ 'ਚ ਉਹ ਬਣਦਾ ਨਹੀਂ ਹੈ ਗੱਲ, ਉਹ ਅਨਲੀਗਲ ਤੌਰ ਤੇ ਕਾਨੂੰਨ ਬਣਾਇਆ ਗਿਆ। ਮੇਰਾ ਬੰਦੇਰ ਸਾਹਿਬ, ਇਹ ਸਵਾਲ ਹੈ ਵੀ ਕਿਸਾਨ ਲੜ ਰਿਹਾ ਹੈ, ਮਰ ਰਿਹਾ 1 ਸਾਲ ਤੋਂ, ਕਿਸਾਨ ਦਾ ਪੁੱਤ ਸ਼ਹੀਦ ਹੋ ਰਿਹਾ ਬਾਰਡਰ ਤੇ ਜਾ ਕੇ, ਤੇ ਇਹ ਜਿਹੜੇ ਲੋਕ, ਇਹਨਾਂ ਦੇ ਕਿੰਨੇ ਪੁੱਤਰ ਗਏ ਜਿਹੜੇ ਹੁਕਮਰਾਨ ਨੇ? ਕੀ ਲੀਡਰਾਂ ਦੇ ਪੁੱਤ ਕਦੀ ਸ਼ਹੀਦ ਹੋਏ ਨੇ ਸੀਮਾਵਾਂ ਤੇ ਜਾ ਕੇ ਦੇਸ਼ ਦੀ ਸੁਰੱਖਿਆ ਕਰਦੇ ਹੋਏ? ਦੇਖੋ ਜੀ, ਕਦੀ ਵੀ ਨਹੀਂ ਹੋਣਗੇ, ਕਿਉਂਕਿ ਦੇਸ਼ ਵਿੱਚ ਵੱਡੀ ਬੇਰੁਜ਼ਗਾਰੀ ਆ, ਗਰੀਬਾਂ ਦੇ, ਕਿਸਾਨਾਂ ਦੇ, ਮਜ਼ਦੂਰਾਂ ਦੇ ਪੁੱਤ ਹੀ ਜ਼ਿਆਦਾਤਰ ਬਾਰਡਰਾਂ ਤੇ। ਤਾਂ ਹੀ ਅਸੀਂ ਕਿਹਾ ਸੀ ਨਾ ਵੀ ਜੇ ਤੁਸੀਂ ਭਾਈ ਸਾਡੇ ਤੇ ਵਾਰ ਕਰੋ, ਬਾਰਡਰ ਵੀ ਅਸੀਂ ਸਾਹਮਣੇ ਆ ਤੇ ਅੰਦਰ ਅਨਾਜ ਵੀ ਅਸੀਂ ਪੈਦਾ ਕਰਦੇ ਹਾਂ, ਤਾਂ ਤੁਹਾਨੂੰ ਮਹਿੰਗਾ ਪਊਗਾ। ਪੁਲਿਸ 'ਚ ਵੀ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ 'ਚੋਂ ਲੋਕ ਕੰਮ ਕਰਦੇ, ਤੇ ਫੌਜ ਹੋਵੇ ਜਾਂ BSF ਹੋਵੇ, ਸਾਰੇ ਥਾਵਾਂ ਤੇ ਤਾਂ ਮਰਨੇ ਤਾਂ ਸਾਡੇ ਅਸਲ ਵਿੱਚ ਹੁੰਦਾ ਹੁਕਮਰਾਨਾਂ ਦੀ ਜਿਹੜੀਆਂ ਗਲਤ ਸਿਆਸੀ ਨੀਤੀਆਂ ਕਰਕੇ, ਚਾਹੇ ਪਾਕਿਸਤਾਨ ਹੋਵੇ, ਚਾਹੇ ਇੰਡੀਆ ਹੋਵੇ, ਚੀਨ ਹੋਵੇ। ਅਸੀਂ ਤਾਂ ਕਹਿੰਦੇ ਇਸ ਕਿਸਮ ਦੀ ਪਾਲਿਸੀ ਹੋਵੇ ਵੀ ਬਾਰਡਰਾਂ 'ਤੇ ਬੰਦੇ ਨਹੀਂ ਮਰਨੇ ਚਾਹੀਦੇ। ਜੇ ਤੁਸੀਂ ਇਸ ਕਿਸਮ ਦੀ ਪਾਲਿਸੀ ਲੈ ਕੇ ਆਓ ਵੀ ਬਾਰਡਰਾਂ 'ਤੇ ਬੰਦੇ ਨਾ ਮਰਨ। ਤੁਸੀਂ ਯੂਰਪ ਨੂੰ ਦੇਖੋ, ਤੁਸੀਂ ਯੂਰਪ ਤੋਂ ਸਿੱਖੋ ਗੱਲਾਂ, ਤੇ ਤੁਸੀਂ ਵਿਦੇਸ਼ਾਂ ਦੀਆਂ ਕਰਦੇ, ਤੁਸੀਂ ਅਮਰੀਕਾ ਕੈਨੇਡਾ ਕੋਲ ਸੋ, ਉੱਥੇ ਤਾਂ ਸਰਹੱਦਾਂ ਵੀ ਨਹੀਂ ਸੀਲ ਹੈਗੀਆਂ। ਫਿਰ ਤੁਸੀਂ ਧਰਮਾਂ ਦੇ ਨਾਂ 'ਤੇ, ਜਾਤਾਂ ਦੇ ਨਾਂ 'ਤੇ ਜਿੱਡੇ ਵੱਡੇ ਪਾੜੇ ਪਾਏ, ਆਪਦੀਆਂ ਨਿੱਜੀ ਮਫਾਦਾਂ ਨੂੰ, ਆਪਦੀ ਸਿਆਸਤ ਨੂੰ, ਚਾਹੇ ਪਾਕਿਸਤਾਨ ਵੀ ਆਪਦੀ ਨਿੱਜੀ ਸਿਆਸਤ ਵਾਸਤੇ ਹਿੰਦੁਸਤਾਨ ਨਾਲ ਜੋ ਉਹਨਾਂ ਦੇ ਖਿਲਾਫ ਬੋਲਦਾ, ਤੇ ਇੰਡੀਆ ਵੀ ਇਹ ਕੁਝ ਕਰਦਾ। ਇਹ ਜੇ ਹਟ ਜਾਵੇ ਤਾਂ ਮੈਨੂੰ ਲੱਗਦਾ ਮਾਵਾਂ ਦੇ ਪੁੱਤ ਸਰਹੰਦਾਂ ਤੇ ਮਰਨਗੇ। ਤੇ ਬੰਦੇਰ ਸਾਹਿਬ, ਤੁਹਾਨੂੰ ਕੀ ਲੱਗਦਾ ਹੁਣ ਤੁਸੀਂ ਜਿਹੜਾ ਪੁਤਲਾ ਫੂਕ ਮੁਜ਼ਾਹਰਾ ਕਰ ਰਹੇ ਹੋ 16 ਤਰੀਕ ਨੂੰ, ਉਸ ਤੋਂ ਬਾਅਦ ਕੋਈ ਪ੍ਰੋਗਰਾਮ ਲਿਖਿਆ ਗਿਆ? ਸ਼ਾਇਦ ਰੇਲ ਰੋਕੋ ਦਾ ਵੀ ਪ੍ਰੋਗਰਾਮ ਹੈਗਾ, ਕੀ ਪ੍ਰੋਗਰਾਮ ਹੋਰ ਲਿਖੇ ਗਏ ਨੇ ਤੇ ਇਹਨੂੰ ਵੱਡੇ ਪੱਧਰ ਤੇ ਕੀਤਾ ਜਾਏਗਾ? ਹਾਂ, ਕਿਉਂ ਨਹੀਂ? ਜਿਹੜਾ ਅਰਥੀ ਫੂਕ ਮੁਜ਼ਾਹਰਾ 'ਚ ਲੱਖਾਂ ਲੋਕ, ਪੂਰੇ ਦੇਸ਼ ਪੱਧਰ ਤੇ ਹੈਗਾ ਇਹ ਪ੍ਰੋਗਰਾਮ, ਪੂਰੇ ਦੇਸ਼ ਵਿੱਚ ਹੋਊਗਾ। ਰੇਲ ਰੋਕੋ ਸਪੈਸ਼ਲ ਜਿਹੜਾ ਲਖੀਮਪੁਰ ਦੇ ਦੋਸ਼ੀ ਆ, ਉਹਨਾਂ ਨੂੰ ਅਸਤੀਫਾ ਦੇ ਕੇ ਉਹਨਾਂ ਨੂੰ ਅੰਦਰ ਗ੍ਰਿਫਤਾਰ ਕਰਾਉਣ ਲਈ, ਕਿਉਂਕਿ ਪਰਚਾ ਉਹਨਾਂ 'ਤੇ ਵੀ ਹੈਗਾ 120 ਦਾ, ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਰੇਲ ਰੋਕੋ ਆ ਉਹ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਚੱਲੂਗਾ। ਤੇ ਅਸੀਂ 16 ਨੂੰ ਐਲਾਨ ਕਰ ਦਾਂਗੇ ਵੀ ਕਿਹੜੇ ਥਾਵਾਂ ਤੇ ਰੇਲਾਂ ਜਿਹੜੀਆਂ ਉਹ ਰੋਕੀਆਂ ਜਾਣਗੀਆਂ। ਬੰਦੇਰ ਸਾਹਿਬ, ਇਹ ਨਹੀਂ ਲੱਗਦਾ, ਦੇਖੋ ਉੱਥੇ 8 ਲੋਕ ਸ਼ਹੀਦ ਹੋਏ ਨੇ, 4 ਕਿਸਾਨ, 1 ਪੱਤਰਕਾਰ ਤੇ 3 ਜਿਹੜੇ ਉਹ BJP ਦੇ ਕਾਰਜਕਰਤਾ ਦੱਸੇ ਜਾਂਦੇ ਨੇ, ਕਿ ਉਹਨਾਂ ਦੇ ਬਾਰੇ ਕੋਈ ਕਿਸਾਨ ਗੱਲ ਨਹੀਂ ਕਰ ਰਿਹਾ, ਕਿ ਉਹਨਾਂ ਦੇ ਬਾਰੇ ਵੀ ਗੱਲ ਨਹੀਂ ਕੀਤੀ ਜਾਣੀ ਚਾਹੀਦੀ? ਦੇਖੋ, ਮੈਨੂੰ ਲੱਗਦਾ BJP ਦੇ ਕਾਰਜਕਰਤਾ ਨਹੀਂ ਕਿਹਾ ਜਾ ਸਕਦਾ,
ਤੁਸੀਂ ਜਿਹੜੇ ਦੋਸ਼ੀ ਨੇ, ਦੋਸ਼ੀਆਂ ਦੇ ਹਮਾਇਤੀ ਕਿਹਾ ਜਾ ਸਕਦਾ ਉਹਨਾਂ ਨੂੰ, ਇਹ ਸ਼ਬਦ ਵਰਤੇ। ਕੋਈ ਵੀ ਮੈਨੂੰ ਨਹੀਂ ਲੱਗਦਾ ਕਿਸੇ ਪਾਰਟੀ ਦਾ ਵਰਕਰ ਇਸ ਕਿਸਮ ਦੀਆਂ ਘਟਨਾਵਾਂ 'ਚ ਸ਼ਾਮਲ ਹੋਊਗਾ। ਉਹਨੂੰ ਕੀ ਲੋੜ ਆ? ਰਾਜਨੀਤਿਕ ਤੌਰ 'ਤੇ ਉਹ ਕਿਸੇ ਦਾ ਸਪੋਰਟਰ ਹੋ ਸਕਦਾ, ਪਰ ਉਹ ਕ੍ਰਾਈਮ 'ਚ ਕਿਉਂ ਸ਼ਾਮਲ ਹੋਊਗਾ ਕਿਸੇ ਦੇ ਨਾਲ? ਦੋਸ਼ੀ ਕਹੇ ਜਾ ਸਕਦੇ ਆ। ਹਾਂ, ਜੋ ਉੱਥੇ ਭਾਣਾ ਵਾਪਰਿਆ ਉਹਦੀ ਗੁੱਸੇ ਦੇ ਵਿੱਚ ਜੋ ਕੁਝ ਹੋਇਆ, ਠੀਕ ਆ। ਕਦੀ ਵੀ ਕਿਸਾਨਾਂ ਨੇ ਕਦੀ ਵੀ ਕਿਸੇ ਮਸਲੇ ਦਾ, ਕਿਸੇ ਵੀ ਚੀਜ਼ ਦਾ, ਗਲਤ ਚੀਜ਼ ਦਾ ਸਪੋਰਟ, ਇੱਥੇ ਬਥੇਰਾ ਕੁਝ ਹੋਇਆ ਸਾਡੇ ਪੰਜਾਬ 'ਚ। ਅਸੀਂ ਤਾਂ ਇੱਥੋਂ ਤੱਕ ਹੈ ਵੀ ਜਦੋਂ ਭਾਜਪਾ ਦਾ ਅਸੀਂ ਵਿਰੋਧ ਕਰਦੇ ਹਾਂ, ਉਹ ਬਦਲੇ ਦੀ ਭਾਵਨਾ 'ਚ ਸਾਨੂੰ ਸਿਖਾਉਣ ਲਈ ਕੋਈ ਮਾਂ ਦੀ ਗਾਲ ਵੀ ਕੱਢੀਆਂ ਗਈਆਂ, ਕਈ ਵਾਰ ਕਿਹਾ ਗਿਆ, ਪਰ ਆਪਾਂ ਪੀਸਫੁਲੀ ਰਹਿਣਾ, ਠੀਕ ਆ। ਉਹ ਜੋ ਮਰਜ਼ੀ ਕਰ, ਸਾਡਾ ਪੱਖ ਦੇਸ਼ ਤੇ ਦੁਨੀਆ ਗਾੜੀ ਸਹੀ ਜਾਂਦਾ ਵੀ ਅਸੀਂ ਆਪ ਦੀ ਗੱਲ ਨੂੰ ਡੈਮੋਕ੍ਰੈਟਿਕ ਤਰੀਕੇ ਨਾਲ ਕਰ ਰਹੇ ਹਾਂ। ਪਟੇਲ ਸਾਹਿਬ, ਨਵਾਂ ਫਰਮਾਨ ਜਾਰੀ ਕਰਤਾ ਸੈਂਟਰ ਗਵਰਨਮੈਂਟ ਨੇ ਵੀ BSF ਜਿਹੜੀ ਹੈ ਪੰਜਾਬ ਦੀਆਂ ਸਰਹੱਦਾਂ ਦੀ ਰੱਖਿਆ ਕਰੇਗੀ, ਕਿਤੇ ਵੀ ਜਾ ਕੇ ਉਹ ਕੁਝ ਵੀ ਕਰ ਸਕਦੇ ਆ। ਉਹਨਾਂ ਦਾ ਤਰਕ ਆ ਕਿ ਪਾਕਿਸਤਾਨ ਤੋਂ ਲਗਾਤਾਰ ਜਿਹੜੇ ਆ ਉਹ ਡਰੋਨ ਆ ਰਹੇ, ਹਥਿਆਰ ਭੇਜੇ ਜਾ ਰਹੇ ਨੇ, ਨਸ਼ੀਲੇ ਪਦਾਰਥ ਭੇਜੇ ਜਾ ਰਹੇ ਨੇ। ਦੇਖੋ, ਇਹ ਡੈਮੋਕ੍ਰੇਸੀ ਦਾ ਕਾਣ ਆ। ਅਸੀਂ ਕਹਿ ਸਕਦੇ ਹਾਂ ਵੀ ਹਥਿਆਰ ਭੇਜਦੇ ਆ, ਨਸ਼ੀਲੇ ਪਦਾਰਥ ਭੇਜਦੇ ਆ, ਸੰਭਵ ਆ, ਇਹ ਨਹੀਂ ਕਹਿੰਦੇ, ਇਨਕਾਰ ਨਹੀਂ ਕਰਦੇ। ਪਰ ਤੁਹਾਡੀ ਸਰਹੱਦ ਤੇ BSF ਖੜੀ ਆ, ਉੱਤੇ ਤਾਰਾਂ ਲੱਗੀਆਂ ਹੋਈਆਂ। ਤੁਹਾਡੀ ਟੈਕਨੋਲੋਜੀ ਜਾਂ ਤੁਹਾਡੇ ਦਾਅਵੇ ਨੇ ਵੀ ਜੇ ਪਾਕਿਸਤਾਨ ਵਾਲੇ ਪਾਸੇ ਕੋਈ ਪੰਛੀ ਵੀ ਆਉਂਦਾ ਤਾਂ ਸਾਨੂੰ ਰਡਾਰ ਤੇ ਦੀਦਾ ਹੈਗਾ। ਸਾਡੇ ਲਈ ਹਮੇਸ਼ਾ ਸਵਾਲ ਰਿਹਾ ਵੀ ਟੰਨਾਂ ਨਾਲ ਜਿਹੜੀ ਨਿਕਲਦੀ ਹੈਰੋਇਨ, ਸਮੈਕ ਆ ਜਾਂ ਹਥਿਆਰ ਆ, ਤੁਹਾਨੂੰ ਦੀਦੇ ਹੀ ਨਹੀਂ ਹੈਗੀ। ਤਾਂ ਅਸੀਂ ਕਹਿੰਦੇ ਵੀ ਕੇਂਦਰ ਦੇ ਵੱਡੇ ਵਜ਼ੀਰ ਤੇ ਵੱਡੇ ਅਧਿਕਾਰੀ BSF ਦੇ ਇਹ ਜ਼ਿੰਮੇਵਾਰ ਨੇ। ਤੁਹਾਡਾ ਖੇਡ ਆ ਅੰਦਰ ਪੰਜਾਬ ਦੇ, ਪੰਜਾਬ ਵਾਲੇ ਵੱਡੇ ਲੀਡਰ, ਪੁਲਿਸ ਮਾਫੀਆ। ਤਾਂ ਇਹਦੇ ਪਿੱਛੇ ਤੁਸੀਂ ਇਹ ਨਹੀਂ ਕਹਿ ਰਹੇ। ਹੁਣ BSF ਤਾਂ ਇਕੱਲੀ ਬਾਰਡਰ ਤੇ ਰਹਿੰਦੀ ਹੈ। ਜਿਹੜੀ ਚੀਜ਼ ਤੁਸੀਂ ਬਾਰਡਰ ਤੇ ਨਹੀਂ ਡੱਕ ਸਕਦੇ, ਤੁਹਾਡੀ ਤਾਰ ਲੱਗੀ ਹੈ, ਆਬਾਦੀ 'ਚ ਆ ਜਾਊਗੀ, ਤੁਸੀਂ ਉਦੋਂ ਕਿਵੇਂ ਫੜ ਲਓਗੇ? ਉੱਥੇ ਤਾਂ ਤੁਹਾਡੀ ਪੁਲਿਸ ਹੈ ਨਾ। ਤਾਂ ਇਹ ਜਿਹੜੇ ਸੂਬਿਆਂ ਦੇ ਅਧਿਕਾਰ ਹੁੰਦੇ, ਜਿਹੜਾ ਫੈਡਰਲ ਢਾਂਚਾ ਸਾਡੇ ਦੇਸ਼ ਦਾ ਬੜਾ ਵਧੀਆ, ਉਹਨੂੰ ਖਰਾਬ ਕਰਨ ਦਾ ਤੇ ਕੇਂਦਰੀਕਰਨ ਦੀਆਂ ਨੀਤੀਆਂ ਵਾ, ਜਾਂ ਪੰਜਾਬੀ ਲੜ ਬੜਾ ਰਹੇ ਆ, ਪੰਜਾਬੀਆਂ ਖਿਲਾਫ ਇੱਕ ਨਵਾਂ ਫਰਮਾਨ ਆਏ, ਇਹ ਨਹੀਂ ਹੋਣਾ ਚਾਹੀਦਾ। ਨਿੰਦਿਆ ਕੀਤੀ ਜਾਣੀ ਚਾਹੀਦੀ। ਹੁੰਦਾ ਤੇ ਆ ਵੀ ਜਦੋਂ ਤੁਹਾਡੀ ਡੈਮੋਕ੍ਰੇਸੀ ਮੈਚਿਓਰ ਹੁੰਦੀ ਜਾਂਦੀ ਆ, ਤੁਸੀਂ ਫੈਡਰਲਿਜ਼ਮ ਨੂੰ ਲਿਆਉਂਦੇ ਜੇ, ਹੋਰ ਅਧਿਕਾਰ ਦਿੰਦੇ ਜੇ ਆਪਦੇ ਸੂਬਿਆਂ ਨੂੰ, ਖੋਂਦੇ ਨਹੀਂ ਜੇ। ਤੁਸੀਂ ਕੇਂਦਰੀਕਰਨ ਉਦੋਂ ਕਰਦੇ ਜੇ ਤੁਹਾਨੂੰ ਲੱਗਦਾ ਵੀ ਸੂਬੇ ਮੈਚਿਓਰ ਨਹੀਂ ਹੈਗੇ, ਇਹ ਗਲਤ ਫੈਸਲੇ ਲੈਣਗੇ। ਤੁਹਾਡੀ 75 ਸਾਲ ਦੀ ਡੈਮੋਕ੍ਰੇਸੀ ਹੋ ਗਈ ਆ, ਤੁਹਾਨੂੰ ਤਾਂ ਸੂਬਿਆਂ ਨੂੰ ਵੱਧ ਅਧਿਕਾਰ ਦੇਣੇ ਚਾਹੀਦੇ ਵੀ ਉਹ ਆਪਣੇ ਫੈਸਲੇ ਆਪਣੇ ਹਿਸਾਬ ਨਾਲ ਕਰ ਲੈਣ। ਪਟੇਲ ਸਾਹਿਬ, ਜਿਵੇਂ ਤੁਸੀਂ ਕਿਹਾ ਵੀ ਪੰਜਾਬ ਦੇ ਵਿੱਚ ਕੁਝ ਵੱਡੇ ਲੀਡਰ, ਪੁਲਿਸ ਅਫਸਰ ਤੇ ਹੋਰ ਵੀ ਕਈ ਅਧਿਕਾਰੀ ਸ਼ਾਮਿਲ ਨੇ, ਕੀ ਕਿਸਾਨ, ਕਿਉਂਕਿ ਲੋਕਾਂ ਨੂੰ ਹੁਣ ਕਿਸਾਨਾਂ ਤੋਂ ਕਾਫੀ ਉਮੀਦਾਂ ਜਾਗੀਆਂ ਤੇ ਅਦਰਵਾਈਜ਼ ਤਾਂ ਹਮੇਸ਼ਾ ਚੱਲਦਾ ਰਿਹਾ ਕਿ ਉਹ ਖਿਚੜੀ ਨੇ, ਉਹਨੂੰ ਬਚਾਉਂਦਾ ਹੈ, ਉਹਨੂੰ ਬਚਾਉਂਦਾ, ਐਵੇਂ ਆਰੋਪ ਲੱਗਦੇ ਨੇ। ਸਾਰੀ ਪਾਰਟੀਆਂ ਰੌਲਾ ਤੇ ਬਹੁਤ ਪਾਉਂਦੀਆਂ, ਵੋਟਾਂ ਵੀ ਲੈਂਦੀਆਂ, ਲੋਕਾਂ ਨੂੰ ਇੱਕ ਭਰਮਾਇਆ ਜਾਂਦਾ ਵੀ ਉਹ ਇੱਕ ਦੂਜੇ ਤੇ ਆਰੋਪ ਲਾਏ ਜਾਂਦੇ ਵੀ ਉਹ ਚੋਰ ਆ। ਆਪ ਭਾਵੇਂ ਜਿਹੜਾ ਵੱਡਾ ਮਰਜ਼ੀ ਚੋਰ ਹੋਵੇ, ਤੇ ਲੋਕ ਕਰਨ ਕੀ, ਤੇ ਕਿਸਾਨ ਜਥੇਬੰਦੀਆਂ ਇਹਦੇ 'ਚ ਕੀ ਰੋਲ ਨਿਭਾ ਸਕਦੀਆਂ? ਦੇਖੋ, ਅਸੀਂ ਪਹਿਲੇ ਦਿਨ ਤੋਂ ਹਮੇਸ਼ਾ ਸਾਫ਼ ਕਹਿੰਦੇ ਰਹੇ ਵੀ ਨਸ਼ਾ ਜੇ ਬੰਦ ਕਰਨਾ ਤਾਂ ਅਸੀਂ ਤਾਂ ਅੰਦਰ ਮੀਟਿੰਗਾਂ 'ਚ ਵੀ ਕਹਿ ਕੇ ਆਉਂਦੇ ਵੀ ਤੁਸੀਂ ਆਪਦੇ MLAs ਨੂੰ ਕਹੋ ਵੀ ਉਹ ਇਹਦੇ ਵਿੱਚ ਪਾਰਟਿਸਿਪੇਟ ਨਾ ਕਰ। ਜਿਹੜਾ ਇੱਕ ਸਿਆਸਤਦਾਨਾਂ ਤੱਕ ਗੱਠਜੋੜ ਆ, ਪੁਲਿਸ ਦੇ ਅਧਿਕਾਰੀ ਵੀ ਵਿੱਚ ਸ਼ਾਮਲ ਆ, ਨਸ਼ਾ ਮਾਫੀਆ ਵੀ, ਜੇ ਗੱਠਜੋੜ ਖਤਮ ਕਰ ਦਿਓ ਤੁਸੀਂ ਇਹਦੇ 'ਚੋਂ ਬਾਹਰ ਨਿਕਲ ਜਿਓ, ਤਾਂ ਇਹ ਪੰਜਾਬ 'ਚ ਨਸ਼ਾ ਅਗਲੇ ਦਿਨ ਹੀ ਬੰਦ ਕੀਤਾ ਜਾ ਸਕਦਾ। ਉਵੇਂ ਪੁਲਿਸ ਦੇ ਸਾਨੂੰ ਕਾਰਗੁਜ਼ਾਰੀ ਤੇ ਕੋਈ ਸ਼ੱਕ ਨਹੀਂ ਹੈ। ਤੁਸੀਂ ਇੱਕ ਐਗਜ਼ਾਮਪਲ ਲੈ ਲਓ ਵੀ ਇੱਥੇ ਜਦੋਂ ਇਲੈਕਸ਼ਨ ਡਿਕਲੇਅਰ ਹੋਣੇ ਨੇ, ਉਦੋਂ ਇਲੈਕਸ਼ਨ ਕਮਿਸ਼ਨ ਆ ਜਾਣਾ, ਤੁਸੀਂ ਇਹੀ ਅਫਸਰਾਂ ਦੀ ਕਾਰਗੁਜ਼ਾਰੀ ਦੇਖਿਓ ਕੱਲ ਕਿੰਨੀ ਤਗੜੀ ਹੋ ਜਾਣੀ। ਇਹਦਾ ਮਤਲਬ ਜਦੋਂ ਪੁਲਿਸ ਨੂੰ ਜਾਂ ਅਫਸਰ ਸਾਹਿਬਾਨ ਨੂੰ ਖੁੱਲੀਆਂ ਛੂਟਾਂ ਮਿਲਦੀਆਂ, ਚੰਗੇ ਨਿਰਦੇਸ਼ ਆਉਂਦੇ, ਉਹ 'ਚ ਸਿਆਸੀ ਦਖਲਅੰਦਾਜ਼ੀ ਨਹੀਂ ਹੁੰਦੀ, ਤਾਂ ਇਹੀ ਪੁਲਿਸ ਤੁਹਾਨੂੰ ਵਧੀਆ ਕੰਮ ਕਰਕੇ ਦਿਖਾਉਂਦੀ। ਇਹੀ ਬਾਰਡਰ ਤੇ ਵੇਖੋ ਰੋਜ਼ ਬੰਦੇ ਵੜੇ ਜਾਣੇ। ਪਟੇਲ ਸਾਹਿਬ, ਇਹ ਬੜਾ ਆਰੋਪ ਲੱਗਦਾ ਵੀ ਕਿਸਾਨਾਂ ਨੂੰ ਜਿਹੜੀ ਹੈ ਉਹ ਸਪੋਰਟ ਕਰ ਰਿਹਾ, ਦੂਜੇ ਰਾਜ ਨੂੰ ਵਿਪਕਸ਼ ਸਪੋਰਟ ਕਰ ਰਿਹਾ, ਕਿਸਾਨਾਂ ਨੂੰ ਹੋਰ ਵੀ ਅੱਤਵਾਦੀ, ਵੱਖਵਾਦੀ ਕਈ ਦਾਵਾਂ ਤੋਂ ਪੁਕਾਰਿਆ ਜਾ ਰਿਹਾ। ਤੇ ਕੀ ਤੁਹਾਨੂੰ ਲੱਗਦਾ ਵੀ ਕਿਸਾਨ ਜਥੇਬੰਦੀਆਂ ਨੂੰ ਕੋਈ ਸਪੋਰਟ ਕਰ ਰਿਹਾ? ਆ ਦੇਖੋ, ਵਿਰੋਧੀ ਧਿਰ ਦਾ ਡੈਮੋਕ੍ਰੇਸੀ ਵਿੱਚ ਕੀ ਰੋਲ ਹੋਣਾ ਚਾਹੀਦਾ? ਇਹ ਦੇਸ਼ ਦਾ ਸੰਵਿਧਾਨ ਇਜਾਜ਼ਤ ਦਿੰਦਾ, ਉਹ ਕੀ ਕਰ ਰਹੇ, ਕਰਦੇ ਰਹਿਣ। ਅਸੀਂ ਤਾਂ ਬੜੀ ਨਿਰਪੱਖਤਾ ਨਾਲ ਚੱਲੇ ਨਾ ਪੂਰੇ ਦੇਸ਼ 'ਚ ਵੀ ਤੁਸੀਂ ਬਈ ਆਪਦੇ ਪ੍ਰੋਗਰਾਮ ਕਰੋ ਜਿੱਥੇ ਕਰਨੇ, ਅਸੀਂ ਆਪਦੀਆਂ ਸਟੇਜਾਂ 'ਤੇ ਤੁਹਾਨੂੰ ਬੋਲਣ ਨਹੀਂ ਦੇਣਾ। ਅਸੀਂ ਇਹ ਵੀ ਕਹਿੰਦੇ ਰਹੇ ਵੀ ਭਾਜਪਾ ਜਿਹਦੇ ਖਿਲਾਫ ਅਸੀਂ ਲੜ ਰਹੇ ਹਾਂ, ਸਰਕਾਰ ਹੈ, ਇਹ ਇਕੱਲੀ ਨਹੀਂ, ਜਿਹੜੀਆਂ ਇਹਨਾਂ ਦੀਆਂ ਨੀਤੀਆਂ ਨੇ, ਨੀਤੀਆਂ ਤੋਂ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਨੇ। ਤਾਂ ਸਾਨੂੰ ਸਪੋਰਟ ਕਰਨ ਦਾ ਕੀ ਸਵਾਲ? ਅਸੀਂ ਤਾਂ ਕਲੀਅਰ ਕੱਟ ਮੈਸੇਜ ਦੇ ਰਹੇ ਨੇ ਵੀ ਇਹਨਾਂ ਨੀਤੀਆਂ ਵਾਸਤੇ ਵਿਰੋਧੀ ਪਾਰਟੀਆਂ ਵੀ ਜ਼ਿੰਮੇਵਾਰ ਰਹੀਆਂ ਨੇ। ਤਾਂ ਕਿਉਂਕਿ ਮੌਜੂਦਾ ਸਮੇਂ ਵਿੱਚ ਭਾਜਪਾ ਦੀ ਸਰਕਾਰ ਹੈ, ਇਸ ਕਰਕੇ ਇਹਦੇ ਖਿਲਾਫ ਲੜਾਈ ਲੜੀ ਜਾ ਰਹੀ ਆ। ਵਿਰੋਧੀ ਧਿਰ ਨੂੰ ਆਪਣੇ ਪੱਧਰ 'ਤੇ ਹੱਕ ਹੈ, ਉਹ ਆਪਣਾ ਪ੍ਰੋਗਰਾਮ ਕਰਦੇ ਆ। ਕਿਸਾਨਾਂ ਦਾ ਉਹਨਾਂ ਨਾਲ ਕੋਈ ਰਲਗੱਡ ਕਰਨਾ, ਇਹ ਕਹਿ ਲਓ ਵੀ ਅਸੀਂ ਅੰਦੋਲਨ ਲੜ ਰਹੇ, ਸਾਨੂੰ ਬਦਨਾਮ ਕਰ ਲਈ, ਇਹੋ ਜਿਹੀ ਐਕਟੀਵਿਟੀ ਹੁੰਦੀ ਹੈ। ਇਹ ਸਭ ਇੱਕ ਜਿਹੜਾ ਹੁਣ 2022 ਦੇ ਵਿਧਾਨ ਸਭਾ ਚੁਣਾਵ ਪੰਜਾਬ ਦੇ ਵਿੱਚ ਆ ਰਹੇ, ਤੇ ਕਿਸਾਨੀਆਂ ਦੀ ਕੀ ਰਾਜਨੀਤੀ ਹੋਏਗੀ? ਕਿਆ ਕਿਸਾਨ ਇਲੈਕਸ਼ਨ ਲੜਨਗੇ? ਐਸਾ ਕਿਹਾ ਜਾ ਰਿਹਾ ਹੈ ਵੀ ਅੰਦਰੋਂ ਕੁਝ ਜਥੇਬੰਦੀਆਂ ਕਿਸਾਨਾਂ ਦੀਆਂ ਇਲੈਕਸ਼ਨ ਲੜਨ ਦੇ ਪੱਖ ਵਿੱਚ ਹੈਗੀਆਂ। ਦੇਖੋ, ਮੈਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰਦਾ, ਸਾਡਾ ਸਾਫ਼ ਆ, ਅਜੇ ਤੱਕ ਸਾਰੀਆਂ ਜਥੇਬੰਦੀਆਂ ਦਾ ਸਾਫ਼ ਵੀ ਜਿੰਨਾ ਚਿਰ ਦਿੱਲੀ ਦਾ ਅੰਦੋਲਨ ਚੱਲਦਾ ਵਾ,
ਇਲੈਕਸ਼ਨ ਦੀ ਗੱਲ ਕੋਈ ਵੀ ਨਹੀਂ ਕਰੂਗਾ। ਹਾਂ, ਉਹਨਾਂ 'ਚ ਕੁਝ ਹੋ ਸਕਦਾ ਜਿਹੜੇ ਇਲੈਕਸ਼ਨਾਂ 'ਚ ਲੜਦੇ ਰਹੇ ਨੇ ਪਹਿਲੋਂ, ਉਹਨਾਂ ਵੀ ਕਿਹਾ ਵੀ ਅਸੀਂ ਨਹੀਂ ਲੜਨਾ, ਸਾਰਿਆਂ ਦੀ ਸਮੂਥਲੀ ਫੈਸਲਾ। ਪਰ ਆਪਣੀ ਜਥੇਬੰਦੀ ਤਾਂ ਪੱਕਾ ਹੀ ਫੈਸਲਾ ਵੀ ਅਸੀਂ ਕਦੀ ਇਲੈਕਸ਼ਨਾਂ 'ਚ ਜਾਂਦੇ ਨਹੀਂ। ਸਾਡਾ ਰੋਲ ਇਹ ਹੈਗਾ ਵੀ ਲੋਕਾਂ ਦੇ ਮੁੱਦਿਆਂ ਨੂੰ ਉਭਾਰਨਾ। ਬੇਰੁਜ਼ਗਾਰੀ ਹੈ ਇੱਥੇ, ਠੀਕ ਹੈ, ਨਸ਼ਾ ਵਾ ਇੱਥੇ, ਕਰਜ਼ਾ ਕਿਸਾਨਾਂ ਮਜ਼ਦੂਰਾਂ ਦੇ ਸਿਰ ਤੇ ਕਰਜ਼ਾ ਹੈਗਾ ਵਾ, ਐਜੂਕੇਸ਼ਨ ਦੇ ਖੇਤਰ ਵਿੱਚ ਲੋਕਾਂ ਨੂੰ ਸਹੂਲਤਾਂ ਮਿਲਣ, ਇਹ ਤੋਂ ਗਾਂ ਸਿਹਤ ਖੇਤਰ ਵਿੱਚ। ਤਾਂ ਜਿਹੜੇ ਮੁੱਦੇ ਨੇ ਬੁਨਿਆਦੀ ਲੋਕਾਂ ਦੇ, ਆਮ ਜਨਤਾ ਦਾ, ਅਸੀਂ ਉਹਨੂੰ ਉਭਾਰਾਂਗੇ। ਮਹਿੰਗਾਈ ਘੱਟ ਹੋਵੇ, ਪੈਟਰੋਲ ਡੀਜ਼ਲ ਦੇ ਰੇਟ ਘੱਟ, ਉਹਨਾਂ ਮੁੱਦਿਆਂ, ਜਦੋਂ ਤੁਹਾਡੇ ਲੋਕਾਂ ਦੇ ਮੁੱਦਿਆਂ ਤੇ ਇਲੈਕਸ਼ਨ ਹੁੰਦੀ ਆ, ਫਿਰ ਤੁਹਾਨੂੰ ਕੁਛ ਨਾ ਕੁਛ ਸਰਕਾਰਾਂ ਨੂੰ ਕੁਛ ਦੇਣਾ ਪੈਂਦਾ। ਅਸੀਂ ਲਹਿਰ ਵੱਡੀ ਕਰਨਾ ਚਾਹੁੰਦੇ, ਅਸੀਂ ਲਹਿਰ ਤੇ ਯਕੀਨ ਰੱਖਦੇ ਹਾਂ ਵੀ ਲਹਿਰ ਵੱਡੀ ਹੋਊਗੀ, ਲੋਕ ਸਿਆਣੇ ਹੋਣਗੇ ਤੇ ਲੀਡਰਾਂ ਕੋ ਜੋ ਚਾਹਣਗੇ ਉਹ ਪ੍ਰਾਪਤ ਕਰ ਸਕਦੇ। ਅੱਛਾ, ਹੁਣ ਤੁਸੀਂ ਅੱਜ ਡੀਸੀ ਦਫ਼ਤਰ ਆਏ ਹੋ, ਕਿਆ 16 ਤਰੀਕ ਨੂੰ ਤੁਸੀਂ ਕਿੱਥੇ ਪੁਤਲੇ ਜਿਹੜੇ ਅੰਮ੍ਰਿਤਸਰ 'ਚ ਫੂਕ ਰਹੇ ਹੋ, ਤੇ ਡੀਸੀ ਆਫਿਸ ਕਿਆ ਤੁਸੀਂ ਇੰਟੀਮੇਟ ਕਰਨ ਆਏ ਹੋ ਵੀ ਇਹ ਸਾਡਾ ਪ੍ਰੋਗਰਾਮ ਹੈਗਾ? ਨਹੀਂ, ਡੀਸੀ ਆਫਿਸ ਲੋਕਲ ਸਾਡੀਆਂ ਕਾਫੀ ਮੰਗਾਂ ਹੁੰਦੀਆਂ, ਤਾਂ ਇੱਥੇ ਜਿਹੜੇ ਜੀਏ ਨੇ, ਅਸਿਸਟੈਂਟ ਕਮਿਸ਼ਨਰ, ਉਹਨਾਂ ਕੋਲੇ ਹੁੰਦੀਆਂ 100-200 ਸੀਗੀਆਂ ਸਾਡੀਆਂ ਲੋਕਲ, ਉਹਨਾਂ ਬਾਰੇ ਗੱਲ ਕਰਨ ਆਏ ਸੀ। ਗਾਂ ਵੀ ਮੀਟਿੰਗਾਂ ਇਹੋ ਜਿਹੀਆਂ ਹੁੰਦੀਆਂ ਰਹਿੰਦੀਆਂ, ਛੋਟੀਆਂ ਲੋਕਾਂ ਦੀਆਂ ਸਮੱਸਿਆਵਾਂ ਹੁੰਦੀਆਂ। ਸੈਕੰਡਲੀ ਇਹ ਵੀ ਅਸੀਂ ਰਣਜੀਤ ਐਵਨਿਊ ਅੰਮ੍ਰਿਤਸਰ ਦਾ ਵੱਡਾ ਇਕੱਠ, ਬੀਬੀਆਂ ਦਾ ਖਾਸ ਕਰਕੇ ਵੱਡਾ, ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਕਹਿੰਦੇ, ਸ਼ਹਿਰੀਆਂ ਨੂੰ ਕਹਿੰਦੇ ਵੀ ਸਾਰੇ ਸਾਡਾ ਸਹਿਯੋਗ ਕਰੋ। ਪਹਿਲੋਂ ਵੀ ਪੰਜਾਬੀਆਂ ਨੇ ਧਰਮ ਤੋਂ, ਜਾਤ ਪਾਤ ਤੋਂ ਉੱਪਰ ਉੱਠ ਕੇ ਇਹ ਆਰਥਿਕ ਮੰਗਾਂ ਤੇ ਪੂਰਾ ਸਪੋਰਟ ਕੀਤਾ ਸਾਨੂੰ। ਪੰਜਾਬ ਦਾ ਇੱਕ ਵੱਖਰਾ ਅਡਰਾ ਰੋਲ ਆ ਪੂਰੇ ਦੇਸ਼ ਵਿੱਚ ਜਿਹੜਾ ਅਸੀਂ ਦੇਖਿਆ, ਤੇ ਗਾਂ ਵੀ ਇਹਨੂੰ ਕਾਇਮ ਰੱਖਣਾ। ਤੁਸੀਂ ਰਣਜੀਤ ਐਵਨਿਊ ਵਿੱਚ ਵੱਡਾ ਆਰਥੀ ਫੂਕ ਮੁਜ਼ਾਹਰਾ। ਕਿੰਨੇ ਵਜੇ ਦਾ ਪ੍ਰੋਗਰਾਮ ਲਿਖਿਆ ਗਿਆ ਤੁਹਾਡਾ? ਤਕਰੀਬਨ ਅਸੀਂ 10 ਵਜੇ ਤਾਂ ਉੱਥੇ ਆ ਹੀ ਜਾਵਾਂਗੇ, 12-1 ਵਜੇ ਦੇ ਵਿੱਚ ਇਹ ਪ੍ਰੋਗਰਾਮ ਸਿਰੇ ਲੱਗੂਗਾ। ये देखिए, सरवन सिंह पंधेर हैं, किसान संघर्ष कमेटी के ये प्रदेश सचिव हैं, महासचिव हैं। इनका कहना है कि लखीमपुर की घटना में जो भी हुआ, अजय मिश्रा का पुत्र आशीष मिश्रा तो गिरफ्तार हो गया, लेकिन उन्हें भी इस्तीफा देना चाहिए, क्योंकि जब तक वह गृह मंत्रालय के मंत्री के पद पर बने रहेंगे, राज्य गृह मंत्री हैं वो, तब तक जांच को प्रभावित कर सकते हैं। हमें इंसाफ मिलने की उम्मीद नहीं है। और लोकतंत्र की जो हत्या हो रही है, उसको लेकर प्रधानमंत्री योगी आदित्यनाथ, गृह मंत्री अजय मिश्रा के पुतले फूके जाएंगे 16 अक्टूबर को। पहले ये कार्यक्रम दशहरे वाले दिन ही रखा गया था, 15 तारीख को, लेकिन उसे एक दिन के लिए मुलतवी कर दिया गया है। और 18 अक्टूबर को रेल रोको आंदोलन किया जा रहा है। देश भर में रेल रोक दी जाएगी, चक्का जाम किया जाएगा। किसान लगातार संघर्ष कर रहे हैं। यहाँ सीमाओं पर किसानों का बेटा जो है वो शहीद हो रहा है। एसी कमरों में बैठकर नीतियां बनाई जाती हैं। कभी नेता किसी बड़े अधिकारी का बेटा या पुत्र या भाई सीमाओं की रक्षा करते शहीद हुआ है या नहीं, यह बहुत बड़ा सवाल है। बेरोजगारी देश में चरम पर है, महंगाई से लोग त्रस्त हैं, एजुकेशन बच्चों को नहीं मिल रही, खाने को लोगों के पास है नहीं, पूंजीपतियों के हाथ में सब कुछ सौंपा जा रहा है। आखिरकार लोग जाएं तो जाएं कहां? अब किसान कहते हैं कि हम आर पार की लड़ाई के मूड में हैं। लोकतंत्र तरीके से हम लोग जो अपना प्रदर्शन कर रहे हैं, सरकार हमें कभी आतंकवादी और तो कभी देशद्रोही करार दे रही है। अब सरकार की ये जो बांटने की राजनीति है वो नहीं चलेगी, लोग इसे समझ चुके हैं। और हमारा भी यही लोगों से आग्रह है कि अपने अधिकारों के प्रति सचेत हों, नेताओं से सवाल पूछें। आखिरकार नशा माफिया कौन है, अपराध को कौन बढ़ावा दे रहा है, रेत के पर कौन काबिज है, शराब माफिया कौन है? एक दूसरे पर ये राजनीतिक पार्टियां आरोप तो लगाती हैं। आपने देखा होगा चुनावों में एक दूसरे को ही अपराधी बना दिया जाता है, आरोपी बनाया जाता है, लेकिन जब सरकार आती है तो फिर दोनों एक जैसे हो जाते हैं। अमृतसर से D4 न्यूज़ के लिए दीपक भंडारी की खास रिपोर्ट।